ਸਤਿ ਸ਼੍ਰੀ ਅਕਾਲ ਜੀ। ਤੁਸੀਂ ਜੁੜੇ ਹੋਏ ਚੈਨਲ ਸਾਂਝਾ ਪੰਜਾਬ ਦੇ ਨਾਲ ਤੇ ਮੈਂ ਤੁਹਾਡੀ ਆਪਣੀ ਹੋਸਟ ਤੇ ਦੋਸਤ ਰਵੀ ਮਨਹਾਸ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਕਰਦੀ ਹਾਂ ਇਸ ਚੈਨਲ ਦੇ ਉੱਤੇ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹੀ ਆ ਕਿ 8 ਮਾਰਚ ਜਿਹਨੂੰ ਕਿ ਇੰਟਰਨੈਸ਼ਨਲ ਵੂਮਨ ਡੇ ਦੇ ਨਾਲ ਜਾਣਿਆ ਜਾਂਦਾ ਹੈ। ਇਸ ਦਿਨ ਹਰੇਕ ਵੂਮਨ ਦੀ ਜਿਹੜੀ ਸੋਸ਼ਲ ਪੋਲੀਟੀਕਲ ਲਾਈਕ ਹਰ ਐਸਪੈਕਟ ਤੋਂ ਜਿਹੜੀਆਂ ਵੀ ਉਹਨਾਂ ਦੀਆਂ ਅਚੀਵਮੈਂਟਸ ਨੇ ਉਹਨਾਂ ਨੂੰ ਰਿਕੋਗਨਾਈਜ਼ ਕੀਤਾ ਜਾਂਦਾ ਆ ਤੇ ਨਾਲ ਦੀ ਨਾਲ ਉਹਨਾਂ ਦੀ ਲਾਈਕ ਵਿਮਨ ਇਕੁਐਲਿਟੀ ਦੇ ਤੌਰ ਤੇ ਵੀ ਉਹਨਾਂ ਨਾਲ ਪ੍ਰਣ ਕੀਤਾ ਜਾਂਦਾ ਆ। ਸੋ ਇਸੇ ਹੀ ਵਿਸ਼ੇ ਦੇ ਅਧੀਨ ਅੱਜ ਅਸੀਂ ਜਿਹੜੇ ਮਹਿਮਾਨ ਨੂੰ ਸਟੂਡੀਓ ਦੇ ਵਿੱਚ ਬੁਲਾਇਆ ਹੈ ਉਹ ਕਿਸੇ ਵੀ ਮੁਹਤਾਜ ਕਹਿ ਲਓ ਕਿ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ ਤੇ ਇੱਕ ਬਿੰਦਾਸ ਕਹਿ ਲਓ ਕਿ ਪੰਜਾਬਣ ਦੇ ਤੌਰ ਤੇ ਉਹਨਾਂ ਨੇ ਆਪਣੀ ਤਾਂਕ ਜਮਾਈ ਹੋਈ ਆ ਇਸ ਪੂਰੇ ਨਾਰਥ ਅਮਰੀਕਾ ਦੇ ਵਿੱਚ। ਆਓ ਸਟੂਡੀਓ ਦੇ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ ਸੁਖਦੀਪ ਕੌਰ ਕੰਗ। ਹੈਲੋ ਸੁਖਦੀਪ, ਹਾਊ ਆਰ ਯੂ? I'm fine. Thank you for kind introduction, ਰਵਿੰਦਰ। ਮੇਰੇ ਵੱਲੋਂ ਸਾਰੇ ਹੀ ਸਾਂਝਾ ਪੰਜਾਬ ਦੇ ਦਰਸ਼ਕਾਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਐਜ਼ ਅਸੀਂ ਇੰਟਰਨੈਸ਼ਨਲ ਵੂਮਨ 101ਵਾਂ ਇੰਟਰਨੈਸ਼ਨਲ ਵੂਮਨ ਡੇ ਮਨਾਉਣ ਜਾ ਰਹੇ ਹਾਂ 8 ਮਾਰਚ ਨੂੰ। ਉਸ ਦੇ ਲਈ ਮੈਂ ਸਾਰੀਆਂ ਹੀ ਸੰਸਾਰ ਭਰ ਦੇ ਵਿੱਚ ਬੈਠੀਆਂ ਔਰਤਾਂ ਨੂੰ ਇੱਕ ਸੁਨੇਹਾ ਦੇਣਾ ਚਾਹੂੰਗੀ ਕਿ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਨੂੰ ਮੈਨੂੰ ਇਨਸਪਾਇਰ ਕੀਤਾ ਹੈ ਮੇਰੇ ਸੁਪਨਿਆਂ ਨੂੰ ਜਿੰਦਾ ਰੱਖਣ ਦੇ ਲਈ ਟੂ ਨੈਵਰ ਗਿਵ ਅਪ ਐਂਡ ਟੂ ਕੰਟੀਨਿਊ with my life regardless of the adversities that I may have faced or I may face in life। ਮੈਂ ਉਹਨਾਂ ਨੂੰ ਸਾਰਿਆਂ ਨੂੰ ਹੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਸੁਖਦੀਪ ਕੌਰ ਕੰਗ ਹੋਣੀ ਇੱਕ CEO ਆਰਮਰ ਇੰਸ਼ੋਰੈਂਸ ਬ੍ਰੋਕਰੇਜ ਦੇ CEO ਦੇ ਤੌਰ ਤੇ ਕੰਮ ਕਰ ਰਹੇ ਨੇ। ਇੰਸ਼ੋਰੈਂਸ ਇੰਡਸਟਰੀ ਜਿਹਨੂੰ ਕਿ ਸਾਰੇ ਜਾਣਦੇ ਹੀ ਹੋਣਗੇ ਕਿ ਇਹ ਇੱਕ ਵਾਈਟ ਮੇਲ ਡੋਮੀਨੈਂਟ ਇੰਡਸਟਰੀ ਆ ਜਿਹਦੇ ਵਿੱਚ ਆਪਣੇ ਇਸ ਸੁਖਦੀਪ ਜੀ ਹੋਣਾ ਨੇ ਆਪਣੀ ਕਿ ਪਹਿਲੀ ਬ੍ਰੋਕਰੇਜ ਖੋਲ ਕੇ ਇਸ ਇੰਡਸਟਰੀ ਦੇ ਵਿੱਚ ਆਪਣੀ ਤਾਂਖ ਜਮਾਈ ਤੇ ਇਤਿਹਾਸ ਰਚਿਆ। ਸਾਰੇ ਜੋ ਇਸ ਇੰਡਸਟਰੀ ਨੂੰ ਜਾਣਦੇ ਨੇ ਉਹ ਜ਼ਰੂਰ ਜਾਣਦੇ ਹੋਣਗੇ ਕਿ ਸ਼ੀ ਇਜ਼ ਦਾ ਵਨ ਓਨਲੀ ਫਰਸਟ ਲੇਡੀ in North America ਜਿਨ੍ਹਾਂ ਨੇ ਕਿ ਆਪਣੀ ਬ੍ਰੋਕਰੇਜ ਖੋਲੀ ਹੈ। ਸੋ ਸੁਖਦੀਪ ਕੰਗ੍ਰੈਚੁਲੇਸ਼ਨਸ ਕਿ ਤੁਸੀਂ ਇੱਕ ਅਚੀਵਮੈਂਟ ਕੀਤੀ ਹੈ ਤੇ ਹੋਰ ਲੇਡੀਜ਼ ਨੂੰ ਇਸ ਕੰਮ ਦੇ ਲਈ ਇਨਸਪਾਇਰ ਕੀਤਾ ਆ। ਥੈਂਕ ਯੂ ਫॉर योर ਕਾਈਂਡ ਵਰਡਸ। ਇਹ ਤਾਂ ਇੱਕ ਛੋਟੀ ਜੀ ਗੱਲ ਸੀਗੀ। ਇਸ ਇੰਡਸਟਰੀ ਦੇ ਵਿੱਚ ਸੁਖਦੀਪ ਜੀ ਨੇ ਬਹੁਤ ਸਾਰੇ ਅਵਾਰਡਸ ਨੇ ਜਿਹੜੇ ਆਪਣੇ ਨਾਮ ਕੀਤੇ ਹੋਏ ਨੇ ਤੇ ਨਾਲ ਦੀ ਨਾਲ ਸੁਖਦੀਪ ਜੀ ਹੋਣੀ ਇੱਕ ਚੈਰਿਟੀ ਵਿੱਚ ਵੀ ਬਹੁਤ ਜ਼ਿਆਦਾ ਇਨਵੋਲਵ ਰਹਿੰਦੇ ਨੇ। ਸੋ ਇੰਨੀਆਂ ਸਾਰੀਆਂ ਕੁਆਲਿਟੀਜ਼ ਇਹਨਾਂ ਵਿੱਚ ਹੈਗੀਆਂ ਨੇ ਕਿ ਜੇ ਮੈਂ ਉਹ ਇੱਕ ਇੱਕ ਕਰਕੇ ਦੱਸਾਂ ਤੇ ਮੇਬੀ ਸਾਰਾ ਪ੍ਰੋਗਰਾਮ ਇਹਦੇ ਵਿੱਚ ਹੀ ਖਤਮ ਹੋ ਜਾਊਗਾ। ਬਟ ਮੈਂ ਚਾਹੁੰਦੀ ਹਾਂ ਕਿ ਇਹ ਸਾਰੀਆਂ ਗੱਲਾਂ ਆਪਾਂ ਸੁਖਦੀਪ ਜੀ ਦੇ ਮੂੰਹੋਂ ਹੀ ਸੁਣੀਏ ਤੇ ਅੱਜ ਇਸ ਸਪੈਸ਼ਲ ਡੇ ਦੇ ਉੱਤੇ ਉਹਨਾਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰੀਏ। ਸੋ ਸੁਖਦੀਪ ਜੀ, ਸਾਡੇ ਨਾਲ ਆਪਣਾ ਇਹ ਸਫ਼ਰ ਤੁਸੀਂ ਕਿੱਦਾਂ ਸ਼ੁਰੂ ਹੋਇਆ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਉਹਦੇ ਬਾਰੇ ਦੱਸੋ। ਰਵਿੰਦਰ, ਸਫ਼ਰ ਜਿਵੇਂ ਕਿਸੇ ਵੀ ਇਮੀਗ੍ਰੈਂਟ ਦਾ ਹੁੰਦਾ ਉਸੇ ਤਰ੍ਹਾਂ ਹੀ ਸ਼ੁਰੂ ਹੋਇਆ ਐਂਡ ਆਪਾਂ ਸਾਰੇ ਹੀ ਬੇਸ਼ੱਕ ਇੰਡੀਆ, ਚਾਈਨਾ, ਪਾਕਿਸਤਾਨ ਜਿਹੜੇ ਵੀ ਮਰਜ਼ੀ ਕੰਟਰੀ ਤੋਂ ਆਉਂਦੇ ਆ ਸਾਰੇ ਇਮੀਗ੍ਰੈਂਟਸ ਆਪਦੇ ਡ੍ਰੀਮਸ ਲੈ ਕੇ ਆਉਂਦੇ ਆ। ਇੱਥੇ ਆਪਣੀ ਲਾਈਫ ਇਵੋਲਵ ਹੁੰਦੀ ਰਹਿੰਦੀ ਹੈ। ਸੋ ਸੁਪਨੇ ਵੀ ਆਪਣੇ ਇਵੋਲਵ ਹੁੰਦੇ ਰਹਿੰਦੇ ਆ। ਸੋ ਆਈ ਆਲਵੇਜ਼ ਸੇ ਕਿ ਆਮ ਅ ਪ੍ਰੋਡਕਟ ਆਫ ਮਾਈ ਸਰਕਮਸਟੈਂਸਿਸ। ਹਾਂ, ਡੈਫੀਨੇਟਲੀ ਯੂ ਨੋ I always had dreams, I always had goals to achieve and I work towards it and I don't want to take any special credit for that। I think परमात्मा जो करा रहा है मैं वो कर रही हूँ and ਤੁਹਾਡੇ ਸਾਹਮਣੇ ਜੋ ਬਿਲਕੁਲ ਸਹੀ। ਸੁਖਦੀਪ, ਹਰ ਕੋਈ ਬੰਦਾ ਕਹਿੰਦਾ ਆ ਕਿ ਮੈਂ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਹੋਵਾਂ ਬਟ ਇਟਸ ਨਾਟ ਦੈਟ ਸਿੰਪਲ, ਰਾਈਟ? ਸਕਸੈਸ ਸਿਰਫ ਇੰਨੀ ਗੱਲ ਕਹਿਣ ਨਾਲ ਹੀ ਕੋਈ ਬੰਦਾ ਸਕਸੈਸਫੁਲ ਨਹੀਂ ਹੋ ਜਾਂਦਾ ਤੇ ਜਿਹੜੇ ਕਹਿ ਲਓ ਕਿ ਸਾਡੇ ਸਕਸੈਸ ਦੇ ਸਫ਼ਰ ਦੇ ਵਿੱਚ ਜੋ ਵੀ ਸਾਡੇ ਰਾਹ ਵਿੱਚ ਆਉਂਦੇ ਨੇ ਉਹਨਾਂ ਅਪੋਰਚੁਨਿਟੀਜ਼ ਨੂੰ ਵੀ ਪੋਜ਼ਿਟਿਵਲੀ ਆਪਣੇ ਵਿੱਚ ਲੈਣਾ। ਜਿੱਦਾਂ ਕਿ ਤੁਸੀਂ ਕਿਹਾ ਆਈ ਐਮ ਅ ਪ੍ਰੋਡਕਟ ਆਫ ਅਪੋਰਚੁਨਿਟੀ ਔਰ ਜੋ ਵੀ ਤੁਹਾਡੇ ਰਾਹ ਵਿੱਚ ਆਇਆ, ਰਾਈਟ? ਤੁਸੀਂ ਉਹਨਾਂ ਨੂੰ ਇਕੁਅਲੀ ਗ੍ਰੈਬ ਕੀਤਾ ਤੇ ਉਹਦੇ ਵਿੱਚੋਂ ਹੀ ਕਹਿ ਲਓ ਕਿ ਆਪਣਾ ਹੋਰ ਰਾਹ ਬਣਾਇਆ। ਸੋ ਇੱਦਾਂ ਹੀ ਤੁਹਾਡੀ ਬ੍ਰੋਕਰੇਜ ਵੱਲ ਵਧਣ ਦਾ ਇੱਦਾਂ ਹੀ ਕੁਝ ਸਬਬ ਬਣਿਆ ਤੁਹਾਡਾ? ਜਿਵੇਂ ਤੁਹਾਨੂੰ ਕਿਹਾ ਵੀ
ਜਦੋਂ ਮੈਂ ਕੈਨੇਡਾ ਆਈ ਸੀ ਮੇਰਾ ਪਹਿਲਾ ਡ੍ਰੀਮ ਸੀ ਟੂ ਬਿਕਮ ਅ ਪੁਲਿਸ ਅਫਸਰ ਬਿਕਾਜ਼ ਮੇਰੇ ਡੈਡ ਆਰਮੀ ਅਫੀਸਰ ਸੀਗੇ ਸੋ ਇੰਡੀਆ ਦੇ ਵਿੱਚ ਅਪਰਚੂਨਿਟੀਜ਼ ਗਰਲਸ ਨੂੰ ਨਹੀਂ ਮਿਲਦੀਆਂ ਇਟ ਇਜ਼ ਨਾਟ ਕੰਸੀਡਰਡ ਐਜ਼ ਗੁੱਡ ਆਫ ਕਰੀਅਰ ਸੋ ਮੇਰਾ ਕੈਨੇਡਾ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਮੇਰਾ ਡ੍ਰੀਮ ਪੁਲਿਸ ਅਫਸਰ ਬਣਨਾ ਸੀ ਜਿਹੜਾ ਕਿ ਮੈਂ ਅਚੀਵ ਕੀਤਾ ਫਿਰ ਉਸ ਤੋਂ ਬਾਅਦ ਮੈਂ ਆਈ ਵਰਕਡ ਐਜ਼ ਅ left policing, worked as a criminal injury compensation board member. Utthe I gained a lot of experience working with very senior people, experienced people, and us to baad business de vich aayi. So circumstances create ਉਸ ਤਰ੍ਹਾਂ ਹੁੰਦੇ ਰਹਿੰਦੇ ਆ ਐਂਡ ਤੁਸੀਂ ਉਸੇ ਤਰੀਕੇ ਨਾਲ ਹੀ ਆਪਦੇ ਕੈਰੀਅਰ ਨੂੰ ਚੇਂਜ ਹੁੰਦੇ ਰਹਿੰਦੇ ਹੋ ਇੰਡੀਆ ਦੇ ਵਿੱਚ ਆਪਾਂ ਕੋਈ ਵੀ ਕੈਰੀਅਰ ਫੜ ਲੈਂਦੇ ਆ ਅਸੀਂ ਵੀ ਵਰਕ ਟੁਵਰਡਸ ਦੈਟ ਐਂਡ ਵੀ ਰਿਟਾਇਰ ਫਰਮ देयर ਐਂਡ ਵੀ ਡੋਨਟ ਰੀਲੀ ਲੁੱਕ ਫॉर ਅਦਰ ਅਪਰਚੂਨਿਟੀ ਕੈਨੇਡਾ ਇਜ਼ ਅ ਲੈਂਡ ਆਫ ਅਪਰਚੂਨਿਟੀ ਜਿੱਥੇ ਤੁਸੀਂ ਕਿਸੇ ਵੀ ਏਜ ਦੇ ਵਿੱਚ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਜੇ ਤੁਸੀਂ ਚਾਹੋ ਆਪਦਾ ਕੈਰੀਅਰ ਚੇਂਜ ਕਰਨਾ ਤੁਸੀਂ ਕਰ ਸਕਦੇ ਹੋ ਤੁਸੀਂ ਪੜ੍ਹਨਾ ਚਾਹੋ ਪੜ੍ਹ ਸਕਦੇ ਹੋ ਜੇ ਤੁਸੀਂ ਬਿਜ਼ਨਸ ਕਰਨਾ ਚਾਹੋ ਬਿਜ਼ਨਸ ਕਰ ਸਕਦੇ ਹੋ ਜੇ ਮੁੜ ਕੇ ਤੁਸੀਂ ਜੌਬ ਕਰਨਾ ਚਾਹੋ ਤੁਸੀਂ ਜੌਬ ਤੇ ਵੀ ਜਾ ਸਕਦੇ ਹੋ ਸੋ ਦਿਸ ਇਜ਼ ਹਾਊ ਆਈ ਕੇਮ ਇਨਟੂ ਇੰਸ਼ੋਰੈਂਸ ਐਂਡ ਇਟ ਇਜ਼ ਜਸਟ I think you know to accommodate other beta mera chota siga so my husband was also working as a joint family decision so I decided to go into business good ਸੁਖਦੀਪ ਸਾਨੂੰ ਇਹ ਦੱਸੋ ਕਿਉਂਕਿ ਆਪਾਂ ਅੱਜ ਇੱਥੇ ਵੂਮਨ ਡੇ ਇੰਟਰਨੈਸ਼ਨਲ ਵੂਮਨ ਡੇ ਸੈਲੀਬ੍ਰੇਟ ਕਰ ਰਹੇ ਹਾਂ ਸੋ ਮੈਨੂੰ ਬੀਇੰਗ ਐਜ਼ ਅ ਸਕਸੈਸਫੁਲ ਵੂਮਨ ਆਈ ਨੋ ਤੁਹਾਡਾ ਇਹਦੇ ਪਿੱਛੇ ਬਹੁਤ ਜ਼ਿਆਦਾ ਤੁਹਾਡਾ ਸਟਰਗਲ ਵੀ ਰਿਹਾ ਹੋਏਗਾ ਬਟ ਮੈਂ ਪਾਰਟਿਕੂਲਰ ਉਹ ਚੀਜ਼ ਲੋਕਾਂ ਅੱਗੇ ਰੱਖਣਾ ਚਾਹੁੰਦੀ ਹਾਂ ਕਿ ਇਸ ਮੁਕਾਮ ਤੇ ਪਹੁੰਚਣ ਲਈ ਬੀਇੰਗ ਐਜ਼ ਅ ਵੂਮਨ ਤੁਹਾਨੂੰ ਕੀ ਚੈਲੰਜ ਫੇਸ ਕਰਨੇ ਪਏ ਦੇਖੋ being a woman वैसे मैं तो हमेशा कहनी है being in Brampton being a brown woman and being a kind of successful woman it's a challenge itself regardless of बेशक आप 101वां इंटरनेशनल वुमेन डे मनाउण जा रहे हैं 8 मार्च ਨੂੰ पर हले भी not everybody but हले भी we are looked upon as weak ਈਵਨ ਤੁਹਾਡੀ ਫੈਮਿਲੀ ਦੇ ਵਿੱਚ ਵੀ ਤੁਹਾਨੂੰ ਮਤਲਬ ਦੇ ਵਿਲ ਸੇ ਕਿ ਕੁੜੀਆਂ ਇਹ ਨਹੀਂ ਕਰ ਸਕਦੀਆਂ ਕੁੜੀਆਂ ਨਹੀਂ ਕਰ ਸਕਦੀਆਂ ਜੌਬ ਦੇ ਵਿੱਚ ਵੀ ਤੁਹਾਡੇ ਤੇ ਮਤਲਬ ਈਵਨ ਲੇਬਰ ਜੌਬ ਦੇ ਵਿੱਚ ਵੀ ਕੁੜੀਆਂ ਨੂੰ ਘੱਟ ਕੰਪਨਸੇਸ਼ਨ ਮਿਲਦਾ ਐਜ਼ ਕੰਪੇਅਰ ਟੂ ਮੁੰਡੇ ਔਰ ਜੇ ਤੁਸੀਂ ਓਵਰਆਲ ਸੀਈਓਜ਼ ਦੀ ਜਾਂ ਪ੍ਰੈਜ਼ੀਡੈਂਟਸ ਜਾਂ ਕੰਪਨੀਜ਼ ਦੇ ਜੋ ਮੇਨ ਰਿਪਰੈਜ਼ੈਂਟ ਕਰਨ ਦੀ ਮੈਨੇਜਮੈਂਟ ਜੋ ਹੈਗੀ ਹੈ ਉੱਥੇ ਵੀ ਵੂਮਨ ਆਰ ਮਚ ਲੈਸ ਐਜ਼ ਕੰਪੇਅਰ ਟੂ ਮੈਨ ਪਰ challenges are there ਪਰ ਜੇ ਤੁਸੀਂ ਉਹਨੂੰ you don't give up so you have to fight to get what you want so ਉਹਦੇ ਲਈ ਤੁਹਾਨੂੰ struggle ਕਰਨੀ ਪੈਂਦੀ ਹੈ definitely and it will continue ਇਹਨੂੰ discrimination ਕਹਿ ਲਓ ਜਾਂ ਛੋਟੀ ਸੋਚ ਕਹਿ ਲਓ ਜਾਂ ਜੋ ਵੀ ਹੈਗਾ it may you know maybe ਅਗਲੇ 100 ਸਾਲ ਦੇ ਵਿੱਚ ਸ਼ਾਇਦ ਚੇਂਜ ਆ ਜਾਏ ਅੱਗੇ ਪਹਿਲਾਂ ਨਾਲੋਂ ਹੁਣ ਚੇਂਜ ਹੈ ਹੁਣ ਦੇ ਨਾਲੋਂ ਨੈਕਸਟ ਜਨਰੇਸ਼ਨ ਵਿਲ ਚੇਂਜ ਪਰ ਮੈਂ ਇੱਕ ਜ਼ਰੂਰ ਗੱਲ ਕਹਿਣੀ ਚਾਹਾਂਗੀ ਸਾਰੀਆਂ ਹੀ ਭੈਣਾਂ ਨੂੰ ਸੁਣਨ ਵਾਲਿਆਂ ਨੂੰ ਕਿ ਕਦੇ ਵੀ ਆਪਦੇ ਸੈਲਫ ਰਿਸਪੈਕਟ ਨਾਲ ਕੰਪਰੋਮਾਈਜ਼ ਨਾ ਕਰੋ ਟੂ ਗੈਟ ਅਹੈਡ ਫਾਈਟ ਫॉर ਇਟ ਐਂਡ ਸਟਿਕ ਟੂ ਇਟ and you know success will follow success is a byproduct of your hard work and self discipline it will come but continue fighting for your goals and also ਇਸ ਚੀਜ਼ ਨਾਲ ਮੈਂ ਇੱਕ ਹੋਰ ਚੀਜ਼ ਐਡ ਕਰਨੀ ਚਾਹੂੰਗੀ ਸੁਖਦੀਪ ਜੀ ਕਿ ਸਕਸੈਸ ਦਾ ਕੋਈ ਸ਼ਾਰਟਕਟ ਨਹੀਂ ਹੁੰਦਾ ਜੇ ਤੁਸੀਂ there is no shortcut to success ਜੇ ਆਪਣੀ ਸੈਲਫ ਰਿਸਪੈਕਟ ਨਾਲ ਹੀ ਤੁਸੀਂ ਕੰਪਰੋਮਾਈਜ਼ ਕਰ ਲੈਂਦੇ it is not a good shortcut it's not so ਸੁਖਦੀਪ ਜੀ ਅੱਗੇ ਵਧਦੇ ਹਾਂ ਆਪਾਂ ਸਾਨੂੰ ਇਹ ਦੱਸੋ ਕਿ ਤੁਸੀਂ ਅੱਜ ਇੱਕ ਬਹੁਤ ਹੀ ਕਹਿ ਲਓ ਕਿ ਆਪਣੀ ਪੂਰੀ ਕਹਿ ਲਓ ਸਿੱਕਾ ਜਮਾਇਆ ਹੋਇਆ ਇਸ ਇੰਡਸਟਰੀ ਦੇ ਵਿੱਚ ਤੇ ਤੁਸੀਂ ਲੱਗਦਾ ਤੁਹਾਨੂੰ ਕਿ ਤੁਹਾਡੇ ਜੋ ਵੀ ਅਰਮਾਨ ਸੀ ਜੋ ਵੀ ਤੁਹਾਡੇ ਲੈਵਲ ਤੁਸੀਂ ਅਚੀਵ ਕਰਨਾ ਚਾਹੁੰਦੇ ਸੀ you done no best yet to come yes exactly and as I said dreams also keep evolving as we evolve and
ਬਹੁਤ ਕੁਝ ਕਰਨ ਵਾਲਾ ਹੈ, ਬਹੁਤ ਕੁਝ ਕਰ ਸਕਦੇ ਆ। ਜਦੋਂ ਤੁਸੀਂ ਨਵੇਂ ਆਉਂਦੇ ਹੋ ਇਸ ਕੰਟਰੀ ਦੇ ਵਿੱਚ, ਉਸ ਟਾਈਮ ਤਾਂ ਤੁਹਾਡਾ ਸਿਰਫ ਆਪਣੀ ਰੋਟੀ ਪਾਣੀ ਤੱਕ ਹੀ ਮਸਲਾ ਹੁੰਦਾ ਹੈ। ਉਸ ਤੋਂ ਬਾਅਦ ਤੁਸੀਂ ਜਦੋਂ ਤੁਸੀਂ ਸੈੱਟ ਹੋ ਜਾਂਦੇ ਹੋ, ਦੇਰ ਇਜ਼ lot that you can give back to society, lot that you can contribute to other people's lives. And Yes. ਹੁਣ ਮੇਰਾ ਜਿਹੜਾ my life is dedicated or devoted to build other women, build youth. It could be male or female. So I'm working towards that. ਸੁਖਦੀਪ ਜੀ ਨੇ ਜਿਹੜੇ ਇਹ ਆਪਣੇ ਜਿਹੜੇ ਕਿ ਆਪਣੀ ਬ੍ਰੋਕਰੇਜ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਇੱਕ ਖਾਸ ਕਹਿ ਲਓ ਕਿ ਫੰਡ ਨੇ ਜਿਹੜੇ ਉਹ ਰੱਖੇ ਹੋਏ ਨੇ, ਜਿਹੜੇ ਕਿ ਯੂਥ ਨੂੰ ਉਹ ਚੂਜ਼ ਕਰਦੇ ਨੇ, ਐਂਡ ਜਿਹੜਾ ਵੀ ਉਹਦੇ ਵਿੱਚੋਂ ਕੋਈ ਆਪਣੀ ਐਜੂਕੇਸ਼ਨ ਦੀ ਫੀਸ ਨਹੀਂ ਭਰ ਸਕਦਾ ਜਾਂ ਕਿਸੇ ਨੂੰ ਹੋਰ ਕਿਸੇ ਤਰ੍ਹਾਂ ਦੀ ਕੋਈ ਹੈਲਪ ਦੀ ਲੋੜ ਹੁੰਦੀ ਹੈ ਤੇ ਇਹਨਾਂ ਦੇ ਜਿਹੜੇ ਕੰਪਨੀ ਉਹਨਾਂ ਨੂੰ ਸਪਾਂਸਰ ਕਰਦੀ ਹੈ। ਠੀਕ, ਹਾਂਜੀ, ਅਸੀਂ ਵੂਮਨ ਐਂਡ ਯੂਥ ਐਮਪਾਵਰਮੈਂਟ ਇੱਕ ਮੈਂ ਪ੍ਰੋਗਰਾਮ ਚਲਾਉਂਦੀ ਹਾਂ, ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਵੀ ਦੇਖ ਸਕਦੇ ਹੋ। ਉਹਦੇ ਵਿੱਚ ਅਸੀਂ ਇੱਕ ਸਟੂਡੈਂਟ ਨੂੰ ਯੂਨੀਵਰਸਿਟੀ ਫੀ ਉਹਦੀ ਸਪਾਂਸਰ ਕਰਦੇ ਹਾਂ। ਹਾਂਜੀ, ਸਟੂਡੈਂਟ ਕੈਨ ਬੀ ਆਫ ਮੈਡੀਕਲ ਇੰਜੀਨੀਅਰਿੰਗ ਔਰ ਲਾ ਸਕੂਲ। ਉਹਦੇ ਨਾਲ ਜੇ ਇੰਟਰਨੈਸ਼ਨਲ ਸਟੂਡੈਂਟਸ ਦਾ ਆਈ ਫੀਲ ਕਾਈਂਡ ਆਫ ਰੀਲੀ ਗਿਲਟੀ, ਸਿਸਟਮ ਇਜ਼ ਨਾਟ ਸਪੋਰਟਿੰਗ them, ਐਂਡ ਐਜ਼ ਅ ਸੁਸਾਇਟੀ ਅਸੀਂ ਵੀ ਕੁਝ ਜ਼ਿਆਦਾ ਨਹੀਂ ਕਰ ਰਹੇ। ਉਹਦੇ ਲਈ ਵੀ ਮੈਂ ਕੁਝ ਫੰਡਸ ਰਿਜ਼ਰਵ ਕੀਤੇ ਨੇ, ਜੇ ਕਿਸੇ ਨੂੰ ਵੀ ਲੋੜ ਪਊਗੀ ਤਾਂ ਅਸੀਂ ਉਹਦੀ ਹੈਲਪ ਦੇ ਲਈ ਨਾਲ ਖੜੇ ਹਾਂ। ਸੁਖਦੀਪ ਜੀ, ਜਿੱਦਾਂ ਕਿ ਤੁਸੀਂ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕੀਤੀ, ਪਿੱਛੇ ਜੇ ਉਹਨਾਂ ਨੂੰ ਲਾਈਕ ਕਾਫੀ ਜ਼ਿਆਦਾ ਕਹਿ ਲਓ ਕਿ ਉਹਨਾਂ ਦੀਆਂ ਤਕਲੀਫਾਂ ਨੂੰ ਘੱਟ ਧਿਆਨ ਰੱਖ ਕੇ ਉਹ ਜੋ ਕਰ ਰਹੇ ਨੇ ਉਹਨਾਂ ਵੱਲ ਜ਼ਿਆਦਾ ਚਰਚੇ ਹੋਏ ਨੇ। ਸੋ ਜਿਵੇਂ ਕਿ ਤੁਸੀਂ ਕਿਹਾ ਹੈ ਕਿ ਤੁਸੀਂ ਸੁਸਾਇਟੀ ਨੂੰ ਅੱਜ ਉਸ ਸਟੇਜ ਦੇ ਵਿੱਚ ਹੈਗੇ ਹੋ ਕਿ ਰਿਟਰਨ ਬੈਕ ਕਰ ਸਕਦੇ ਹੋ, ਮੈਂ ਚਾਹਾਂਗੀ ਕਿ ਤੁਸੀਂ ਸਾਡੇ ਵਿਊਅਰਸ ਨੂੰ ਥੋੜਾ ਐਕਸਪਲੇਨ ਕਰੋ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਤੁਹਾਡੇ ਮਨ 'ਚ ਕੀ ਫੀਲਿੰਗਸ ਨੇ ਤੇ ਤੁਸੀਂ ਉਹਨਾਂ ਨੂੰ ਹੋਰ ਕਿੱਦਾਂ ਸਪੋਰਟ ਕਰਨਾ ਚਾਹੁੰਦੇ ਹੋ। ਮੈਨੂੰ honestly, I was reading news and all the media I was watching. It gives me pain to read the stories. And ਜੇ ਅਸੀਂ ਕੈਨੇਡਾ ਦਾ ਇਤਿਹਾਸ ਦੇਖੀਏ ਤਾਂ ਕੈਨੇਡਾ ਇਮੀਗ੍ਰੈਂਟਸ ਦਾ ਹੀ ਬਣਿਆ ਹੋਇਆ ਹੈ। ਬਿਲਕੁਲ। ਐਂਡ ਬੇਸ਼ੱਕ ਅਸੀਂ ਇਮੀਗ੍ਰੈਂਟਸ ਦੇ ਪਰਮਾਨੈਂਟ ਰੈਜ਼ੀਡੈਂਟ ਆ ਗਏ ਜਾਂ ਅਸੀਂ ਰਿਫਿਊਜੀ ਦੇ ਤੌਰ ਤੇ ਆ ਗਏ ਜਾਂ ਅਸੀਂ ਸਟੂਡੈਂਟ ਆ ਗਏ, ਜੋ ਕੋਈ ਪਰਮਾਨੈਂਟ ਰੈਜ਼ੀਡੈਂਟ ਆਉਂਦਾ ਉਹਦਾ ਤਾਂ ਕੋਈ ਨਾ ਕੋਈ ਰਿਸ਼ਤੇਦਾਰ ਜਾਂ ਕੋਈ ਭੈਣ ਭਰਾ, ਹਸਬੈਂਡ ਵਾਈਫ, ਕੋਈ ਨਾ ਕੋਈ ਸਪਾਊਸ ਹੈਲਪ ਕਰਨ ਵਾਲਾ ਹੁੰਦਾ। ਜੋ ਰਿਫਿਊਜੀ ਆਏ ਆ ਉਹ ਵੀ ਪੈਸੇ ਲੈ ਕੇ ਜਾਂ ਕਿਸੇ ਤਰੀਕੇ ਨਾਲ ਆਏ ਆ, ਉਹਨਾਂ ਨੇ ਵੀ ਉਸ ਤਰੀਕੇ ਨਾਲ ਆਪਦੇ ਆਪ ਨੂੰ ਸੈਟ ਛੇਤੀ ਕਰ ਲਿਆ। ਜੋ ਇੰਟਰਨੈਸ਼ਨਲ ਸਟੂਡੈਂਟ ਹੈ, ਜੋ 18-19 ਸਾਲ ਦੇ ਬੱਚੇ ਇੱਥੇ ਆਉਂਦੇ ਆ, ਇੱਕ ਡ੍ਰੀਮ ਲੈ ਕੇ ਆਉਂਦੇ ਆ। ਬਹੁਤੇ ਬੱਚੇ ਵਿਚਾਰੇ ਪੰਜਾਬ ਦੇ, ਖਾਸ ਕਰਕੇ ਜਿੰਨਾ ਕਿ ਮੇਰਾ ਐਕਸਪੀਰੀਅੰਸ ਜਾਂ ਐਕਸਪੋਜ਼ਰ ਹੋਇਆ, ਕਈ ਲੋਕ ਵਿਚਾਰੇ ਜ਼ਮੀਨ ਵੇਚ ਕੇ ਆਪਦੇ ਬੱਚਿਆਂ ਨੂੰ ਫॉर द ਬੈਟਰਮੈਂਟ ਆਫ ਦ ਫੈਮਿਲੀ ਇੱਥੇ ਭੇਜਦੇ ਆ। ਮੇਰੇ ਦਿਲ 'ਚ ਤਾਂ ਉਹਨਾਂ ਦੇ ਲਈ ਹੋਰ ਰਿਸਪੈਕਟ ਹੈ, ਕਿਉਂਕਿ ਇੱਥੇ ਸਾਡੇ ਆਪਣੇ 18-20 ਸਾਲ ਦੇ, 24-25 ਸਾਲ ਦੇ ਬੱਚੇ ਹੈਗੇ ਆ, ਉਹਨਾਂ ਤੋਂ ਤੁਸੀਂ ਪਾਣੀ ਦਾ ਗਲਾਸ ਵੀ ਮੰਗਣਾ ਤਾਂ ਤੁਹਾਨੂੰ ਝਿਜਕ ਆਉਂਦੀ ਹੈ ਵੀ ਕਿਤੇ ਇਹ ਬਿਜ਼ੀ ਤਾਂ ਨਹੀਂ। ਤੇ ਇਹ ਬੱਚੇ ਵਿਚਾਰੇ ਆਪਦੇ ਨਾਟ ਓਨਲੀ ਕਿ ਉੱਥੋਂ ਆ ਕੇ ਇਹ ਕੰਮ ਕਰਕੇ ਆਪਦੀਆਂ ਫੀਸਾਂ ਭਰਦੇ ਆ, ਆਪਦੇ ਖਾਣ ਪੀਣ ਦਾ ਪ੍ਰਬੰਧ ਕਰਦੇ ਆ, ਕਈ ਵਿਚਾਰੇ ਆਪਦੇ ਬੈਕ ਹੋਮ ਆਪਦੇ ਪੇਰੈਂਟਸ ਨੂੰ ਵੀ ਸਪੋਰਟ ਕਰ ਰਹੇ ਆ, ਜਿਨ੍ਹਾਂ ਨੇ ਵਿਆਜ ਤੇ ਚੱਕ ਕੇ ਇਹਨਾਂ ਨੂੰ ਇੱਥੇ ਭੇਜਿਆ ਹੁੰਦਾ। ਸੋ ਇਹ ਬੜੀ ਸ਼ਰਮ ਦੀ ਗੱਲ ਹੈ ਵੀ ਅਸੀਂ ਮੇ ਬੀ 1 ਜਾਂ 2% ਜਾਂ 10% ਮੰਨ ਲਓ ਵੀ ਜਿਹੜੇ ਬੱਚੇ ਕੋਈ ਡਿਸਟਰੈਕਟ ਹੋਏ ਹੋਣਗੇ, 90% ਬੱਚੇ ਤਾਂ ਮਿਹਨਤ ਕਰਦੇ ਆ। ਤੁਸੀਂ ਬੱਸ ਸਟੈਂਡ ਤੇ ਦੇਖ ਲਓ, ਤੁਸੀਂ ਬੇਸਮੈਂਟਾਂ ਦੇ ਵਿੱਚ 10-10 ਬੱਚੇ ਰਹਿੰਦੇ ਦੇਖ ਲਓ। ਅਸੀਂ ਐਜ਼ ਅ ਸੁਸਾਇਟੀ, ਐਜ਼ ਅ ਕੈਨੇਡੀਅਨ, ਮੈਂ ਉਹਨਾਂ ਦੇ ਲਈ ਕੀ ਕਰਦੀ ਹਾਂ ਸੀ ਉਹਦੇ ਬਾਰੇ ਕਿਸੇ ਨੇ ਗੱਲ ਨਹੀਂ ਕੀਤੀ। ਹਾਂਜੀ, ਅਸੀਂ ਬੇਸਮੈਂਟ ਦਾ ਰੈਂਟ ਜਿਹੜਾ ਕਿ ਜਦੋਂ ਮੈਂ ਨਵੀਂ ਸੀ ਇਸ ਕੰਟਰੀ ਦੇ ਵਿੱਚ ਉਸ ਟਾਈਮ 600 ਹੁੰਦਾ ਸੀ ਤੇ ਹੁਣ ਅਸੀਂ 2000 ਕਰਤਾ। ਸੋ ਇੱਕ ਪਾਸੇ ਅਸੀਂ ਕਹਿੰਦੇ ਹਾਂ ਜੀ ਇੰਟਰਨੈਸ਼ਨਲ ਸਟੂਡੈਂਟਸ ਇਹ ਕਰ ਰਹੇ ਆ, ਇੰਟਰਨੈਸ਼ਨਲ ਸਟੂਡੈਂਟਸ ਉਹ ਕਰ ਰਹੇ ਆ, ਉਹ ਐਕਸਪਲੋਇਟ ਹੋਏ। ਐਕਸਪਲੋਇਟ ਵੀ ਉਹਨਾਂ ਨੂੰ ਅਸੀਂ ਹੀ ਕਰ ਰਹੇ ਹਾਂ, ਸਟੂਡੈਂਟਸ ਨੂੰ ਐਕਸਪਲੋਇਟ ਨਹੀਂ ਕਰ ਰਹੇ, ਬਿਕਾਜ਼ ਉਹਨਾਂ ਕੋਲੇ ਕੋਈ ਪੈਸਾ ਨਹੀਂ ਹੁੰਦਾ ਟੂ ਵੇਸਟ ਔਨ ਸਚ ਥਿੰਗਸ। ਇਹ ਤਾਂ ਜੋ ਅਸੀਂ ਜਿਨ੍ਹਾਂ ਕੋਲੇ ਪੈਸਾ ਹੈ, ਜੋ ਵੈਲਦੀ ਲੋਕ ਹੈ, ਉਹੀ
ਐਕਸਪਲੋਇਟ ਕਰ ਰਿਹਾ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਜਾਂ ਜੋ ਵੀ ਹੈਗਾ। ਕਈਆਂ ਦੇ ਉਹਨਾਂ ਨੂੰ ਵਿਚਾਰਿਆਂ ਨੂੰ ਜ਼ਿਆਦਾ ਘੰਟੇ ਕੰਮ ਕਰਵਾਇਆ ਜਾਂਦਾ ਪਰ ਵੇਜਸ ਨਹੀਂ ਦਿੱਤੇ ਜਾਂਦੇ। ਕਈ ਪੈਸੇ ਲੈ ਕੇ ਉਹਨਾਂ ਨੂੰ ਜਿਹੜੇ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਜੋ ਫਾਰਮੈਲਿਟੀਜ਼ ਹੈ, ਲੈਟਰ ਆਫ ਐਮਪਲੋਇਮੈਂਟ ਵਗੈਰਾ ਦਿੱਤੀ ਜਾਂਦੀ ਹੈ। ਸੋ ਉਹਦੇ ਲਈ ਅਸੀਂ ਉਹਨਾਂ ਬੱਚਿਆਂ ਨੂੰ ਨਹੀਂ ਦੋਸ਼ ਦੇ ਸਕਦੇ। ਅਸੀਂ ਐਜ਼ ਅ ਕੈਨੇਡੀਅਨ ਸੁਸਾਇਟੀ ਅਸੀਂ ਉਹਦੇ ਲਈ ਜ਼ਿੰਮੇਵਾਰ ਹਾਂ। ਜੇ ਅਸੀਂ ਮੇਰੀ ਸੋਚ ਇਹ ਹੈ ਵੀ ਜੋ ਯੂਥ ਹੈ ਉਹ ਸਾਡਾ ਕਿਸੇ ਵੀ ਦੇਸ਼ ਦਾ ਫਿਊਚਰ ਉੱਥੋਂ ਦਾ ਯੂਥ ਹੈ। ਐਮਪਾਵਰਡ ਯੂਥ ਬਿਲਡ ਐਮਪਾਵਰਡ ਨੇਸ਼ਨ। ਤਾਂ ਜੇ ਤੁਸੀਂ ਆਪਦੇ ਬੱਚਿਆਂ ਨੂੰ ਖਰਾਬ ਕਰ ਰਹੇ ਹੋ ਤਾਂ ਅਲਟੀਮੇਟਲੀ ਕੀ ਹੋਊਗਾ? ਜਿਹੜੇ ਸਟਰੋਂਗ ਬੱਚੇ ਆ ਦੇ ਵਿਲ ਗੈਟ ਥਰੂ ਇਟ, ਦੇ ਵਿਲ ਗੈਟ ਥਰੂ ਆਲ ਦ ਐਡਵਰਸਿਟੀਜ਼ ਦੈਟ ਦੇ ਗੋ ਥਰੂ। ਪਰ ਕੁਝ ਬੱਚੇ ਕਮਜ਼ੋਰ ਵੀ ਹੋਣਗੇ। ਕਿੰਨੇ ਸੁਸਾਈਡ ਕਮਿਟ ਹੋਏ ਆ? ਬਹੁਤ ਹੋਇਆ। ਕਿੰਨੇ ਬੱਚੇ ਗੈਂਗ ਵਾਰ ਦੇ ਵਿੱਚ ਇਨਵੋਲਵ ਹੋ ਰਹੇ ਆ? ਉਹ ਕੀ ਹੈ? ਉਹ ਬੇਸ਼ੱਕ ਉਹ ਕਿਸੇ ਦੇ ਵੀ ਬੱਚੇ ਆ ਪਰ ਅਲਟੀਮੇਟਲੀ ਦੇ ਆਰ ਆਵਰ ਫਿਊਚਰ। ਤੇ ਰਿਫਲੈਕਟ ਕਰਨਗੇ ਸੋਸਾਇਟੀ ਦੇ ਵਿੱਚ। ਦ ਰਿਫਲੈਕਸ਼ਨ ਇਜ਼ ਆਲਰੇਡੀ ਦੇਅਰ। ਸਰੀ ਦੇ ਵਿੱਚ ਤੁਸੀਂ ਦੇਖੋ, ਟੋਰਾਂਟੋ ਦੇ ਵਿੱਚ ਵੀ ਆਪਣੀ ਹੁਣ ਬੁਰੀ ਹਾਲਤ ਹੁੰਦੀ ਜਾ ਰਹੀ ਹੈ। As a society, as a whole, I think all we should do is create a platform. I don't think so ਕਿ ਹਲੇ ਤੱਕ ਕੋਈ ਪਲੇਟਫਾਰਮ ਹੈਗਾ। ਮੇਰੇ ਕੋਲੇ ਵੀ ਇੰਨਾ ਟਾਈਮ ਵੀ ਨਹੀਂ ਸੀ, ਇਸ ਪਾਸੇ ਧਿਆਨ ਵੀ ਨਹੀਂ ਸੀ। ਮੇਰੇ ਕੋਲ ਵੀ ਹਾਲੇ ਤੱਕ ਕੋਈ ਪਲੇਟਫਾਰਮ ਨਹੀਂ ਹੈ ਪਰ ਮੈਂ ਸ਼ੁਰੂ ਕੀਤੀ ਹੈ, ਕੋਸ਼ਿਸ਼ ਕਰ ਰਹੀ ਹਾਂ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ, ਹਾਲਾਂਕਿ ਸਾਡੇ ਕੋਲ ਫੁੱਲ ਟਾਈਮ ਜੌਬਸ ਹੀ ਹੁੰਦੀਆਂ, ਪਾਰਟ ਟਾਈਮ ਨਹੀਂ ਹੁੰਦੀਆਂ, ਪਰ ਮੈਂ ਰੀਸੈਂਟਲੀ ਇੱਕ ਪ੍ਰੋਗਰਾਮ ਤਿਆਰ ਕੀਤਾ ਵੀ ਜੇ ਕੋਈ ਪਾਰਟ ਟਾਈਮ ਵੀ ਆਪਾਂ ਦੇ ਸਕਦੇ ਹਾਂ ਤਾਂ ਪਾਰਟ ਟਾਈਮ ਜੌਬ ਵੀ ਦਿੱਤੀਆਂ ਜਾਣ। I believe in empowering women, so ਸਾਡੇ ਆਫਿਸ ਦੇ ਵਿੱਚ ਆਲਮੋਸਟ 80% ਕੁੜੀਆਂ ਕੰਮ ਕਰਦੀਆਂ। ਉਹਦੇ ਵਿੱਚ ਮੈਂ ਰੀਸੈਂਟਲੀ ਆਈ ਕੰਡਕਟਡ ਆਲਮੋਸਟ 20 ਕੁੜੀਆਂ ਦੀ ਇੰਟਰਵਿਊ ਕੰਡਕਟ ਕੀਤੀ। I was amazed to meet them, how sincere they are, how intelligent they are, how they come here with so large dreams. So man, my life is devoted for the people who want to be somewhere, and ਜੇ ਮੈਂ ਉਹਨਾਂ ਦੇ ਲਈ ਕੁਝ ਵੀ ਕੰਟਰੀਬਿਊਟ ਕਰ ਸਕਦੀ ਹਾਂ, I'm there. ਬੇਸ਼ੱਕ ਮੇਰਾ ਟਾਈਮ ਹੋਵੇ, ਬੇਸ਼ੱਕ ਮੇਰੀ ਗਾਈਡੈਂਸ ਹੋਵੇ, I can do career counseling, I can give them opportunity to work in my office if they are capable of working. Well, obviously there is a criteria to meet the job requirements, and ਜੇ ਕੋਈ ਪੜ੍ਹਨਾ ਚਾਹੁੰਦਾ ਬੱਚਾ ਕਿਸੇ ਤਰੀਕੇ ਨਾਲ ਫਾਈਨੈਂਸ਼ੀਅਲੀ ਪੇਰੈਂਟਸ ਹੈਲਪ ਨਹੀਂ ਕਰ ਸਕਦੇ, ਸਟਰਗਲ ਕਰ ਰਿਹਾ, ਮੇਰੀ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ ਬਿਫੋਰ ਯੂ decide to give up on life, please talk to someone, talk to me, talk to even call appeal police for help. There will be somebody to help you. Never give up on life. Life is beautiful. ਇਹ ਔਕੜਾਂ ਤਾਂ ਆਉਂਦੀਆਂ ਰਹਿਣੀਆਂ, ਬੇਸ਼ੱਕ ਅਸੀਂ we still go through the problems, ਪਰ ਅਸੀਂ ਲੜਨਾ ਸਿੱਖ ਲਿਆ। ਸੋ ਮੈਂ ਸਾਰਿਆਂ ਨੂੰ ਇਹ ਕਹੂੰਗੀ ਵੀ life is beautiful, learn to fight back and you all will be successful. Good. So ਬਿਲਕੁਲ ਬੜੀ ਚੰਗੀ ਗੱਲ ਕਹੀ ਕੰਗ ਹੋਣਾ ਨੇ ਕਿ ਲਾਈਫ ਇਜ਼ ਬਿਊਟੀਫੁਲ ਤੇ ਔਕੜਾਂ ਦਾ ਕੀ ਆ, ਇਹ ਤਾਂ ਆਉਂਦੀਆਂ ਹੀ ਰਹਿਣਗੀਆਂ। ਜਿਵੇਂ ਜਿਵੇਂ ਅਸੀਂ ਆਪਣੀ ਜ਼ਿੰਦਗੀ ਅੱਗੇ ਅੱਗੇ ਵਧਾਉਂਦੇ ਆ, ਲਾਈਕ ਜਿਵੇਂ ਇੱਕ ਬੱਚਾ ਆ ਉਹਨੂੰ ਹੋਰ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ, ਟੀਨੇਜਰ 'ਚ ਹੋਰ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਨੇ, ਅਡਲਟਸ ਨੂੰ ਹੋਰ ਹੁੰਦੀਆਂ ਨੇ, ਬਜ਼ੁਰਗਾਂ ਨੂੰ ਹੋਰ ਤਰ੍ਹਾਂ ਦੀਆਂ ਹੁੰਦੀਆਂ ਨੇ। ਸੋ ਇਹ ਜਿਹੜੀਆਂ ਮੁਸ਼ਕਿਲਾਂ ਨੇ ਇਹ ਤਾਂ ਕਹਿ ਲਓ ਕਿ ਪਾਰਟ ਆਫ ਆਵਰ ਲਾਈਫ ਆ, ਇਹ ਤਾਂ ਆਉਣੀਆਂ ਹੀ ਨੇ। ਬਟ ਜੇ ਇਹਨਾਂ ਨੂੰ ਕਹਿ ਲਓ ਕਿ ਤੁਸੀਂ ਇਹਨਾਂ ਤੋਂ ਨਿਰਾਸ਼ ਹੋ ਕੇ ਜੇ ਕੋਈ ਗਲਤ ਰਾਹ ਅਪਣਾ ਲੈਂਦੇ ਨੇ ਤਾਂ ਉਹ ਥੋੜ੍ਹਾ ਜਿਹਾ ਹੈਗਾ ਕਿ ਕੰਸਰਨ ਜ਼ਰੂਰ ਹੁੰਦਾ ਆ ਕਿ ਉਹਦਾ ਨਾ ਕੀਤਾ ਜਾਵੇ ਬਲਕਿ ਉਹਨੂੰ ਫਾਈਟ ਬੈਕ ਕੀਤੀ ਜਾਵੇ। ਸੋ ਹੈਟਸ ਆਫ ਟੂ ਸੁਖਦੀਪ ਕਿ ਤੁਸੀਂ ਇੰਨੀ ਵਧੀਆ ਗਾਈਡੈਂਸ ਵੀ ਕਰਦੇ ਹੋ ਤੇ ਕਾਉਂਸਲਿੰਗ ਵੀ ਕਰਦੇ ਹੋ। ਸੋ ਜਿਨ੍ਹਾਂ ਨੂੰ ਜਿੱਦਾਂ ਕਿ ਸੁਖਦੀਪ ਨੇ ਕਿਹਾ ਕਾਉਂਸਲਿੰਗ ਦੀ ਲੋੜ ਹੈ, ਸੋ ਗੈਟ ਇਟ wherever I can contribute, I will be there. That's one thing I can say. ਇੱਕ ਹੋਰ ਸੁਖਦੀਪ ਜੀ ਦਾ ਕਹਿ ਲਓ ਕਿ ਜ਼ਿੰਦਗੀ ਦਾ ਇੱਕ ਹੋਰ ਪਹਿਲੂ ਹੈ ਜਿਹੜਾ ਕਿ ਮੈਂ ਥੋੜਾ ਜਿਹਾ ਉਹਦੇ ਉੱਤੇ ਵੀ ਚਾਨਣਾ ਪਾਉਣਾ ਚਾਹੁੰਦੇ ਹਾਂ। ਸੁਖਦੀਪ ਜੀ ਇਹ ਜਿਹੜੀ ਯੂਥ ਨੂੰ ਚੈਰਿਟੀ ਕਰਦੇ ਨੇ, ਇਹਦੇ ਨਾਲ ਨਾਲ ਇਹਨਾਂ ਦਾ ਜਿਹੜਾ ਕੋਮਲ ਦਿਲ ਆ ਉਹ ਬਜ਼ੁਰਗਾਂ ਲਈ ਵੀ ਬਹੁਤ ਹੀ ਕਹਿ ਲਓ ਕਿ ਧੜਕਦਾ ਆ। ਇਹਨਾਂ ਨੇ ਸੀਨੀਅਰ ਸਿਟੀਜ਼ਨਸ ਲਈ ਵੀ ਕੁਝ ਫੰਡ ਨੇ ਜਿਹੜੇ ਆਪਣੇ ਉਹ ਰੱਖੇ ਹੋਏ ਨੇ ਤੇ ਟਾਈਮ ਟੂ ਟਾਈਮ ਇਹ ਉਹਨਾਂ ਨੂੰ ਹੈਲਪ ਕਰਦੇ ਰਹਿੰਦੇ ਨੇ। ਸੁਖਦੀਪ ਜੀ ਸਾਡੇ ਦਰਸ਼ਕਾਂ ਨੂੰ ਉਹਦੇ ਬਾਰੇ ਕੁਝ ਦੱਸੋ। I think it comes natural. ਮੇਰੀ ਜੋ ਜੌਬ ਦਾ ਐਕਸਪੀਰੀਅੰਸ ਹੈ ਐਜ਼ ਅ ਪੁਲਿਸ ਆਫਸਰ ਜਾਂ ਇਵਨ ਐਜ਼ ਅ ਬੋਰਡ ਮੈਂਬਰ ਆਫ ਕ੍ਰਿਮੀਨਲ ਇੰਜਰੀ ਕੰਪਨਸੇਸ਼ਨ ਬੋਰਡ, ਮੈਂ ਬਜ਼ੁਰਗਾਂ 'ਤੇ ਬੜਾ ਅਬਿਊਜ਼
ਹੁੰਦਾ ਦੇਖਿਆ। ਦੇਖਿਆ ਐਂਡ ਇਟਸ ਅਨਫੋਰਚੂਨੇਟ ਕਿ ਬਹੁਤਾ ਜੋ ਅਬਿਊਜ਼ ਹੈ ਉਹ ਅਨਰਿਪੋਰਟਡ ਹੁੰਦਾ ਹੈ ਐਂਡ ਕਿਉਂਕਿ ਆਪਣੇ ਸਪੈਸ਼ਲੀ ਪੰਜਾਬੀ ਕਲਚਰ ਜਾਂ ਇੰਡੀਅਨ ਕਲਚਰ ਅਸੀਂ ਤਾਂ ਵੈਸੇ ਹੀ ਹਿਪੋਕ੍ਰਿਟੀਕਲ ਕਲਚਰ ਆ ਜਿੱਥੇ ਕਿ ਤੁਸੀਂ ਦਿਖਾਵੇ ਦੇ ਲਈ ਤੁਸੀਂ ਕੁਝ ਵੀ ਕਹਿ ਦਿੰਦੇ ਹੋ ਅੰਦਰੋਂ ਬੇਸ਼ੱਕ ਤੁਸੀਂ ਜਿੰਨਾ ਮਰਜ਼ੀ ਸਟਰਗਲ ਕਰ ਰਹੇ ਹੋ ਕਈ ਵਾਰੀ ਮਜਬੂਰੀਆਂ ਵੀ ਹੁੰਦੀਆਂ ਖੈਰ ਉਸ ਕਰਕੇ ਮੈਂ ਹਮੇਸ਼ਾ ਹੀ ਜਦੋਂ ਤੋਂ ਮੈਂ ਇਸ ਦੇ ਲਾਇਕ ਹੋ ਸਕੀ ਕਿ ਮੈਂ ਥੋੜਾ ਟਾਈਮ ਸਪੇਅਰ ਕਰਾਂ ਆਈ ਬਿਨ ਸਪੈਂਡਿੰਗ ਟਾਈਮ ਵਿਦ ਸੀਨੀਅਰ ਸਿਟੀਜ਼ਨਸ ਮੈਂ ਕਈ ਕਲੱਬਸ ਜੋ ਇੰਡੀਅਨ ਇੰਟਰਨੈਸ਼ਨਲ ਸੀਨੀਅਰ ਕਲੱਬ ਜੋ ਬਣੇ ਹੋਏ ਆ ਉਹਨਾਂ ਦੇ ਵਿੱਚ ਆਈ ਐਮ ਅ ਮੈਂਬਰ ਆਈ ਗੋ ਦੇਅਰ ਲਿਸਨ ਟੂ देयर ਪ੍ਰੋਬਲਮਸ ਐਂਡ ਜੇ ਜਿੰਨਾ ਕਿ ਵੀ ਤਿਲਫੁਲ ਜੋ ਮੇਰੀ ਪਹੁੰਚ ਹੁੰਦੀ ਹੈ ਜਿੰਨੀ ਕੁ ਉਹਨਾਂ ਦੀਆਂ ਲੋੜਾਂ ਹੁੰਦੀਆਂ ਥੋੜ੍ਹੀਆਂ ਲੋੜਾਂ ਹੁੰਦੀਆਂ ਬਹੁਤੀਆਂ ਨਹੀਂ ਬੇਸ਼ੱਕ ਕੋਈ ਗੱਲ ਕਰਨੀ ਹੋਵੇ ਬੇਸ਼ੱਕ ਕਿਸੇ ਨੂੰ ਅਪਰੋਚ ਕਰਨਾ ਹੋਵੇ ਕਈ ਵਾਰੀ ਜਿਵੇਂ ਕਿਸੇ ਗਵਰਨਮੈਂਟ ਅਦਾਰੇ ਨੂੰ ਜਾਂ ਕੋਈ ਉਹਨਾਂ ਨੇ ਕੋਈ ਈਵੈਂਟ ਕਰਨਾ ਹੋਵੇ ਜਿੱਥੇ ਥੋੜ੍ਹੇ ਬਹੁਤੇ ਫੰਡਸ ਦੀ ਲੋੜ ਹੁੰਦੀ ਹੈ ਸੋ ਜਿੰਨੀ ਕੁ ਮੇਰੀ ਪਹੁੰਚ ਹੈ ਮੈਂ ਉਹਨਾਂ ਨੂੰ ਜ਼ਰੂਰ ਕਰਦੀ ਹੈ ਐਂਡ ਜੋ ਉਹਨਾਂ ਦੀਆਂ ਬਲੈਸਿੰਗਸ ਹੈ ਮੈਂ ਹਮੇਸ਼ਾ ਕਹਿੰਦੀ ਹਾਂ ਵੀ ਇਹ ਨਹੀਂ ਵੀ ਮੈਂ ਕੋਈ ਸਪੈਸ਼ਲ ਸੀ ਜਾਂ ਮੈਂ ਬਹੁਤ ਇੰਟੈਲੀਜੈਂਟ ਸੀ ਜਾਂ ਮੈਂ ਲੋਕਾਂ ਨਾਲੋਂ ਜ਼ਿਆਦਾ ਹਾਰਡ ਵਰਕ ਕੀਤਾ ਆਈ ਨੈਵਰ ਟੇਕ ਦੈਟ ਕ੍ਰੈਡਿਟ ਆਈ ਥਿੰਕ ਜੋ ਵੀ ਮੈਂ ਹੈਗੀ ਹਾਂ ਮੇਰੇ ਆਲੇ ਦੁਆਲੇ ਦੀਆਂ ਬਲੈਸਿੰਗਸ ਦੇ ਸਦਕਾ ਹੀ ਹੈ ਮੈਨੂੰ ਬੜੀਆਂ ਬਲੈਸਿੰਗਸ ਮਿਲਦੀਆਂ ਐਂਡ I think blessings keep me alive and blessings keep me going. ਬਿਲਕੁਲ ਜੀ ਬਲੈਸਿੰਗ ਨੇ ਜਿਹੜੀਆਂ ਜ਼ਰੂਰ ਕੰਮ ਆਉਂਦੀਆਂ ਨੇ ਕਿਸੇ ਨਾ ਕਿਸੇ ਦੀਆਂ ਜਿਹੜੀਆਂ ਸਾਨੂੰ ਦੁਆਵਾਂ ਨੇ ਉਹ ਜ਼ਰੂਰ ਕੰਮ ਕਰਦੀਆਂ ਨੇ ਸੁਖਦੀਪ ਜੀ ਗੱਲ ਸਾਰੇ ਪਹਿਲੂਆਂ ਤੇ ਹੋ ਗਈ ਆ ਤੁਹਾਡੇ ਕਹਿ ਲਓ ਕਿ ਸੁਸਾਇਟੀ ਦੀ ਜੋ ਰਿਟਰਨ ਹੈ ਜੋ ਤੁਸੀਂ ਉਹਨਾਂ ਲਈ ਕੀਤਾ ਸਾਰਾ ਕੁਝ ਆਪਾਂ ਡਿਸਕਸ ਕਰ ਲਿਆ ਬਟ ਇੱਕ ਮੇਨ ਚੀਜ਼ ਤੁਹਾਡੇ ਬਾਰੇ ਬੀਇੰਗ ਐਜ਼ ਅ ਵੂਮਨ ਲਾਈਕ ਇੱਕ ਵੂਮਨ ਜਿਹੜੀ ਹੁੰਦੀ ਹੈ ਉਹ ਨੋ ਡਾਊਟ ਤੁਸੀਂ ਆਪਣਾ ਇੰਡਸਟਰੀ ਦੇ ਵਿੱਚ ਇੱਕ ਸਿੱਕਾ ਜਮਾਇਆ ਹੋਇਆ ਇੱਕ ਇੰਨਾ ਵੱਡਾ ਐਮਪਾਇਰ ਖੜਾ ਕੀਤਾ ਹੋਇਆ ਪਰ ਫਿਰ ਵੀ ਆਫਟਰ ਆਲ ਇੱਕ ਵੂਮਨ ਜਿਹੜੀ ਹੁੰਦੀ ਹੈ ਉਹ ਇੱਕ ਬੇਟੀ ਹੁੰਦੀ ਹੈ ਇੱਕ ਮਾਂ ਹੁੰਦੀ ਹੈ ਇੱਕ ਵਾਈਫ ਹੁੰਦੀ ਹੈ ਉਸ ਰਿਗਾਰਡਲੈਸ ਟੂ ਐਵਰੀਥਿੰਗ ਤੁਸੀਂ ਆਪਣੇ ਆਪ ਨੂੰ ਉੱਥੇ ਕਿੰਨਾ ਕੁ ਸਕਸੈਸਫੁਲ ਮਹਿਸੂਸ ਕਰਦੇ ਹੋ ਦੇਖੋ ਰਵਿੰਦਰ ਰਿਗਾਰਡਲੈਸ ਆਫ ਤੁਸੀਂ ਕਿੰਨੇ ਸਕਸੈਸਫੁਲ ਹੋ ਬਾਹਰ ਤੁਹਾਨੂੰ ਕਿਵੇਂ ਜਾਣਿਆ ਜਾਂਦਾ ਹੈ ਐਟ ਦਾ ਐਂਡ ਯੂ ਆਰ ਹਿਊਮਨ ਬੀਇੰਗ ਆਮ ਅ ਵੂਮਨ ਐਂਡ ਮੈਂ ਬੜਾ ਓਪਨਲੀ ਐਕਸਪ੍ਰੈਸ ਕਰਨਾ ਚਾਹੁੰਦੀ ਹਾਂ ਕਿ ਆਈ ਫੀਲ ਗਿਲਟੀ ਮੈਨੀ ਟਾਈਮਸ ਕਿ am I doing my part as a daughter ਕਈ ਵਾਰੀ ਮੇਰੇ ਮਦਰ ਕਹਿਣਗੇ ਉਹਨਾਂ ਨੇ ਗੱਲਾਂ ਕਰਨੀਆਂ ਹੁੰਦੀਆਂ ਸ਼ੀ ਇਜ਼ 83 ਇੱਕ ਚੀਜ਼ ਮੈਂ ਉਹਨਾਂ ਨੂੰ ਕ੍ਰੈਡਿਟ ਜ਼ਰੂਰ ਦੇਵਾਂਗੀ ਕਿ ਉਹਨਾਂ ਨੇ ਜਿਵੇਂ ਮੈਂ ਆਪਦੀ ਮੇਰੀ ਜ਼ਿੰਦਗੀ ਇਵੋਲਵ ਹੋਈ ਬਿਜ਼ੀ ਹੋਈ ਤੇ ਮੇਰੀ ਮਦਰ ਨੇ ਮੈਨੂੰ ਬੜੇ ਪਿਆਰ ਨਾਲ ਅਡਾਪਟ ਕੀਤਾ ਉਹ ਅੰਡਰਸਟੈਂਡ ਕਰਦੇ ਆ ਕਿ ਮੇਰੀ ਲਾਈਫ ਬਿਜ਼ੀ ਹੈ ਕਈ ਵਾਰੀ ਮੈਨੂੰ ਕਹਿਣਾ ਪੈਂਦਾ ਵੀ ਨਹੀਂ ਮੰਮੀ ਮੈਂ ਬਿਜ਼ੀ ਹਾਂ ਮੈਂ ਤੁਹਾਡੇ ਨਾਲ ਟਾਈਮ ਸਪੈਂਡ ਨਹੀਂ ਕਰ ਸਕਦੀ ਜਾਂ ਮੈਂ ਤੁਹਾਡੀਆਂ ਗੱਲਾਂ ਕੰਮ ਤੋਂ ਬਿਨਾਂ ਨਹੀਂ ਸੁਣ ਸਕਦੀ ਕਈ ਵਾਰੀ ਮਾਵਾਂ ਧੀਆਂ ਦੀ ਗੌਸਪ ਦੀਆਂ ਵੀ ਹੁੰਦਾ ਪਰ ਮੇਰੇ ਕੋਲੇ ਗੌਸਪ ਦੇ ਲਈ ਟਾਈਮ ਨਹੀਂ ਹੁੰਦਾ ਪਰ ਮਾਈ ਮਦਰ ਅੰਡਰਸਟੈਂਡਸ ਕਿ ਵੀ ਨਹੀਂ ਸ਼ੀ ਅੰਡਰਸਟੈਂਡ ਹੂ ਆਈ ਐਮ ਐਂਡ ਇੱਕ ਛੋਟੀ ਜਿਹੀ ਗੱਲ ਮੈਂ ਜ਼ਰੂਰ ਐਡ ਕਰਨਾ ਚਾਹੁੰਦੀ ਹਾਂ ਜਿਹੜੀ ਮੇਰੇ ਮਦਰ ਬਾਰ-ਬਾਰ ਕਹਿੰਦੇ ਆ ਐਂਡ ਉਹ ਵੈਨ ਆਈ ਵਾਸ ਬੋਰਨ ਮੇਰੇ ਪਰਿਵਾਰ ਦੇ ਵਿੱਚ ਬਹੁਤ ਕੁੜੀਆਂ ਸੀ ਮੇਰੇ ਤਾਇਆ ਜੀ ਵਗੈਰਾ ਦੇ ਤੇ ਆਈ ਵਾਸ ਆਲਸੋ ਦ ਥਰਡ ਡਾਟਰ ਇਨ ਮਾਈ ਫੈਮਿਲੀ ਇਨ ਵਿਦ ਮਾਈ ਮਮ ਐਂਡ ਉਹਨਾਂ ਨੇ ਆਈ ਵਾਸ ਨਾਟ ਵੈਲਕਮਡ I was kind of unwelcomed and unwanted daughter ਪਰ ਹੁਣ ਮੇਰੇ ਮਦਰ ਬਹੁਤ ਬੜੇ ਹੀ ਚਾਹ ਨਾਲ ਬੜੇ ਹੀ ਪ੍ਰਾਊਡ ਦੇ ਨਾਲ ਹੀ ਕਹਿੰਦੇ ਆ ਕਿ ਪ੍ਰਮਾਤਮਾ ਕਰੇ ਤੇਰੇ ਵਰਗੀਆਂ 7 ਧੀਆਂ ਜੰਮਣ ਤੇ ਉਹਨਾਂ ਨੂੰ ਬੜਾ ਚੰਗਾ ਲੱਗਦਾ ਐਂਡ ਮੈਨੂੰ ਇਹ ਚੰਗਾ ਲੱਗਦਾ ਕਿ ਮੇਰੀ ਮਾਂ ਕਿੰਨੀ ਮਾਡਰਨ ਹੋ ਗਈ ਸੇਮ ਥਿੰਗ ਕਮਿੰਗ ਟੂ ਹਸਬੈਂਡ ਸਮਟਾਈਮ ਆਈ ਐਮ ਸੋ ਟਾਇਰਡ ਆਈ ਗੋ ਹੋਮ ਐਂਡ ਆਈ ਫੀਲ ਗਿਲਟੀ ਕਿ ਨਾਰਮਲੀ ਜਿਹੜੀਆਂ ਆਪਣੀਆਂ ਪੰਜਾਬੀ ਲੇਡੀਜ਼ ਆ ਉਹਦੇ ਹਸਬੈਂਡ ਦੇ ਲਈ ਕੁਕਿੰਗ ਕਰਦੀਆਂ ਉਹਨਾਂ ਦੇ ਲਈ ਖਾਣਾ ਬਣਾਉਂਦੀਆਂ ਤੇ ਉਹਨਾਂ ਦੀ ਵੇਟ ਕਰਦੀਆਂ ਮੇਰੇ ਵਾਲੇ ਕੇਸ ਕਈ ਵਾਰੀ ਰਿਵਰਸ ਹੋ ਜਾਂਦਾ ਮੈਂ ਜਾ ਕੇ ਕਹਿੰਦੀ ਹਾਂ ਵਾਟ ਇਜ਼ ਦੇਅਰ ਟੂ ਈਟ ਐਂਡ ਪਰ ਚਲੋ ਸਾਡੀ ਅੰਡਰਸਟੈਂਡਿੰਗ ਹੈਗੀ ਹੈ ਮਾਈ ਹਸਬੈਂਡ ਇਜ਼ ਵੈਰੀ ਸਪੋਰਟਿਵ ਐਂਡ ਦ ਲਾਈਫ ਕੰਟੀਨਿਊਜ਼ ਸੇਮ ਵਿਦ ਮਾਈ ਸਨ ਮੈਨੀ ਟਾਈਮਸ ਆਈ ਹੈਵ ਸੈਡ ਟੂ ਹਿਮ ਦੈਟ I wish I could spend more time with you. I wish I could go for movies with you. I don't think ਵੀ ਮੈਂ ਉਹਦੇ ਨਾਲ ਕੋਈ ਮੇਰਾ ਖਿਆਲ ਮੈਂ ਇੱਕ ਮੂਵੀ ਆਪਦੇ ਬੇਟੇ ਨਾਲ ਅੱਜ ਤੱਕ ਦੇਖੀ ਹੈ
ਪਰ ਜਦੋਂ ਹੀ ਇਜ਼ ਵੈਰੀ ਸਕਸੈਸਫੁਲ ਮੈਨ, ਹੀ ਇਜ਼ ਇਨਟੂ ਇਨਵੈਸਟਮੈਂਟ ਬੈਂਕਿੰਗ, ਹੀ ਹੈਜ਼ ਡਨ ਅਮੇਜ਼ਿੰਗਲੀ ਵੈਲ ਇਨ ਹਿਸ ਸਟੱਡੀਜ਼ ਐਂਡ ਇਨ ਹਿਸ ਕਰੀਅਰ। ਜਦੋਂ ਮੈਨੂੰ ਆਪਦੀ ਬੁੱਕ, ਹੀ 6 feet 4 inch, ਸੋ ਆਮ ਦ ਟਾਈਨੀ ਵਨ ਇਨ ਦ ਫੈਮਿਲੀ, ਆਲਦੋ ਆਮ ਵੈਰੀ ਟਾਲ। ਜਦੋਂ ਮੈਨੂੰ ਆਪਦੀ ਬੁੱਕ ਫੜ ਕੇ ਕਹਿੰਦਾ ਵੀ ਮਾਮ, ਨਹੀਂ ਜੋ ਤੂੰ ਐਜ਼ ਅ ਮਦਰ ਕੀਤਾ, ਮੇ ਵੀ ਬਹੁਤੀਆਂ ਮਦਰਸ ਨਹੀਂ ਕਰ ਸਕਦੀਆਂ, ਫਿਰ ਤੁਹਾਨੂੰ ਲੱਗਦਾ ਵੀ ਯਾਰ ਤੁਸੀਂ ਕੁਝ ਠੀਕ ਹੀ ਕਰ ਰਹੇ ਹੋ। ਪਰ ਪਰਸਨਲੀ ਮੈਨੀ ਟਾਈਮਸ ਆਈ ਫੀਲ ਗਿਲਟੀ। ਪਰ ਇਹਦੇ ਨਾਲ ਨਾਲ ਸੰਦੀਪ, ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗੀ ਕਿ ਨੋ ਡਾਊਟ ਆਪਾਂ ਬੀਇੰਗ ਐਜ਼ ਅ ਲੇਡੀ ਜਿੱਥੇ ਮਰਜ਼ੀ ਪਹੁੰਚੀਏ, ਪਰ ਜਦ ਤੱਕ ਆਪਾਂ ਨੂੰ ਫੈਮਿਲੀ ਦੀ ਸਪੋਰਟ ਨਹੀਂ ਮਿਲਦੀ, ਰਾਈਟ, ਆਪਾਂ ਲਾਈਕ ਘਰੋਂ ਖੁਸ਼ ਨਹੀਂ ਨਾ ਹੈਗੇ ਤਾਂ ਆਪਾਂ ਅੱਗੇ ਵੀ ਨਹੀਂ ਵੱਧ ਸਕਦੇ। ਇਹ ਇੱਕ ਕੌੜਾ ਸੱਚ ਆ। ਜਿਹੜੀਆਂ ਲੇਡੀਜ਼ ਨੂੰ ਚੈਲੰਜਸ ਮਿਲਦੇ ਆ ਨਾ ਘਰੋਂ, ਤੇ ਉਹ ਇੰਨੇ ਈਜ਼ੀਲੀ ਅੱਗੇ ਨਹੀਂ ਵੱਧ ਸਕਦੀਆਂ, ਕਿਉਂਕਿ ਉਹਨਾਂ ਦੀ ਅੱਧੀ એનર્ਜੀ ਤਾਂ ਉਹਨਾਂ ਨੂੰ ਸੈਟਲ ਕਰਨ 'ਚ ਹੀ ਲੱਗ ਜਾਂਦੀ ਹੈ। ਸੋ ਆਈ ਥਿੰਕ ਵੀ ਆਰ ਬਲੈਸਡ ਕਿ ਸਾਨੂੰ ਘਰੋਂ ਸਪੋਰਟ ਮਿਲਦੀ ਹੈ, ਐਂਡ ਦੈਟਸ ਵਾਈ ਆਪਣੀ ਜਿਹੜੀ ਫੁੱਲ એનર્ਜੀ ਆ ਉਹਦੇ ਨਾਲ ਆਪਾਂ ਅੱਗੇ ਕੈਰੀਅਰ 'ਚ ਅੱਗੇ ਵੱਧ ਸਕਦੇ ਹਾਂ। ਬਿਲਕੁਲ ਜੀ, ਤੁਹਾਡੀ ਮਤਲਬ ਤੁਹਾਡੇ ਹਸਬੈਂਡ ਦੀ ਸਪੋਰਟ, ਮੇਰੇ ਮਦਰ ਦੀ ਸਪੋਰਟ, ਇਨਕਲੂਡਿੰਗ ਮੇਰੇ ਮਾਮਾ ਜੀ ਜਿਨ੍ਹਾਂ ਨੂੰ ਮੈਂ ਬਹੁਤ ਪਿਆਰ ਕਰਦੀ ਹਾਂ। ਜਦੋਂ ਕਈ ਵਾਰੀ ਕੋਈ ਜ਼ਿੰਦਗੀ 'ਚ ਅਪ ਐਂਡ ਡਾਊਨ ਹੁੰਦਾ, ਆਈ ਟਾਕ ਟੂ ਹਿਮ ਮੋਰ ਦੈਨ ਆਈ ਟਾਕ ਟੂ ਮਾਈ ਮਦਰ। ਐਂਡ ਮੇਰੇ ਬੇਟੇ ਦੀ ਮਤਲਬ ਜਿੰਨੀ ਸਪੋਰਟ ਮੈਨੂੰ ਮਿਲੀ ਹੈ, ਜਿੰਨੇ ਮੈਨੂੰ 20 ਸਾਲ ਹੋਏ ਕੈਨੇਡਾ ਦੇ ਵਿੱਚ ਆਈ ਨੂੰ, 20 ਸਾਲ ਦੇ ਵਿੱਚ ਮੈਂ ਕਈ ਵਾਰੀ ਕਹਿੰਦੀ ਹੁੰਦੀ ਮੈਂ 100 ਸਾਲ ਜਿੰਨੀ ਜ਼ਿੰਦਗੀ ਜਿਉਈ ਹੈ। ਔਰ ਉਹ ਇੰਨਾ ਮਿਹਨਤ ਕਰਨ ਦੇ ਲਈ, ਇੰਨਾ ਟਾਈਮ ਡਿਵੋਟ ਕਰਨ ਦੇ ਲਈ, ਜੇ ਤੁਹਾਨੂੰ ਫੈਮਿਲੀ ਦੀ ਸਪੋਰਟ ਨਹੀਂ ਹੈਗੀ, ਜੇ ਤੁਹਾਡੇ ਉਹ ਨਾਲ ਨਹੀਂ ਖੜੇ, you cannot be successful. Yeah, and the credit goes to my family and also my friends. I have very good friends, very good mentors in my life, ਜਿਨ੍ਹਾਂ ਦੇ ਵੱਲ ਮੈਂ ਹਮੇਸ਼ਾ ਦੇਖਦੀ ਹਾਂ ਹੈਲਪ ਦੇ ਲਈ। ਵੈਰੀ ਗੁੱਡ। ਯਾ ਬਿਲਕੁਲ ਜੀ, ਫੈਮਿਲੀ ਦੀ ਬਹੁਤ ਵੱਡੀ ਇੱਕ ਸਪੋਰਟ ਤੇ ਇੱਕ ਕਹਿ ਲਓ ਕਿ ਬਹੁਤ ਵੱਡਾ ਸਹਾਰਾ ਹੁੰਦਾ ਆ ਸਾਡੇ ਵਿੱਚ। ਸੁਖਦੀਪ ਜੀ, ਜਾਣ ਤੋਂ ਪਹਿਲਾਂ ਵੂਮਨ ਇੰਟਰਨੈਸ਼ਨਲ ਡੇ ਦੇ ਤਾਲਕ ਤੁਸੀਂ ਸਾਡੀਆਂ ਵੂਮਨ ਨੂੰ ਕੋਈ ਖਾਸ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਥਰੂ? ਸਾਰੀਆਂ ਹੀ ਭੈਣਾਂ, ਮਾਤਾਵਾਂ ਤੇ ਬੱਚੀਆਂ ਨੂੰ ਮੈਂ ਸਿਰਫ ਇਹੀ ਕਹਿਣਾ ਚਾਹੁੰਦੀ ਹਾਂ, ਟੂ ਬਲੀਵ ਇਨ ਦੈਮਸੈਲਫ, ਟੂ ਨੈਵਰ ਲੈਟ ਦੇਅਰ ਡਰੀਮਸ ਡਾਈ, and to never give up, and create opportunity for other women, and always try to build other women, their lives as well as career. Do as much as you can. As I said, life is beautiful. Never hesitate to ask for help. Never give up on life. Thank you. ਸੋ ਵਿਊਅਰਸ, ਤੁਸੀਂ ਸਾਡੇ ਮਹਿਮਾਨ ਦੇ ਵਿਚਾਰ ਸੁਣੇ ਤੇ ਉਹਨਾਂ ਨਾਲ ਸਹਿਮਤ ਵੀ ਹੋਵੋਗੇ ਕਿ ਉਹਨਾਂ ਨੇ ਲਾਈਫ 'ਚ ਇੱਥੇ ਪਹੁੰਚਣ ਲਈ ਸਟਰਗਲ ਕੀਤਾ, ਬਟ ਸਟਿਲ ਕਹਿ ਲਓ ਕਿ ਡਿਸਿਪਲਿਨ ਤੇ ਪ੍ਰੋਸੈਸਿਵਿਟੀ ਨੂੰ ਬਿਲਕੁਲ ਨਹੀਂ ਛੱਡਿਆ। ਸੋ ਜਿਹੜਾ ਕਿ ਉਹਨਾਂ ਦਾ ਖਾਸ ਹੈਗਾ ਕਿ ਤੁਸੀਂ ਕੰਮ ਆਪਣੇ ਕਹਿ ਲਓ ਕਿ ਆਪਣੀ ਨੇਚਰ ਨਾਲ ਕੰਮ ਕਰੀ ਚੱਲੋ ਤੇ ਦੁਆਵਾਂ ਜ਼ਰੂਰ ਰੰਗ ਦਿਖਾਉਣਗੀਆਂ ਤੇ ਤੁਸੀਂ ਲਾਈਫ ਦੇ ਵਿੱਚ ਸਕਸੈਸ ਹੋਵੋਗੇ। ਸੋ ਸੁਖਦੀਪ ਜੀ, ਲਈਏ ਹੁਣ ਇਜਾਜ਼ਤ? ਹਾਂਜੀ, ਬਿਲਕੁਲ। ਸੋ ਵਿਊਅਰਸ, ਸੁਖਦੀਪ ਜੀ ਨੂੰ ਚਰਚਾ ਲਈ ਹੋਰ ਵੀ ਅੱਗੇ ਵੀ ਬੁਲਾਉਂਦੇ ਰਵਾਂਗੇ ਤੇ ਇਹਨਾਂ ਦੇ ਵਿਚਾਰ ਹੋਰ ਵੀ ਆਪਾਂ ਟਾਈਮ ਟੂ ਟਾਈਮ ਜਾਂਦੇ ਰਵਾਂਗੇ। ਤੇ ਹੁਣ ਮੈਨੂੰ ਤੇ ਇਹਨਾਂ ਨੂੰ ਦਿਓ ਇਜਾਜ਼ਤ, ਤੇ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਰੱਖੋ ਖੂਬ ਸਾਰਾ ਖਿਆਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ। ਅੱਜ ਠੀਕ ਸੀ।